ਵਿਰਾਟ ਪਨੂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। KTV ਤੇ ਅੰਮ੍ਰਿਤਸਰ ਟਾਈਮਜ਼ ਦੇ ਵੱਲੋਂ ਸਾਂਝੀ ਰਿਪੋਰਟ। ਪਿਛਲੇ ਕਈ ਦਿਨਾਂ ਤੋਂ ਡਾਕਟਰ ਸਤਿੰਦਰ ਸਰਤਾਜ ਦੇ ਵੱਲੋਂ ਫਾਰਸੀ ਭਾਸ਼ਾ ਵਿੱਚ ਗਾਏ ਜ਼ਫਰਨਾਮੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਹਿਸ ਚੱਲ ਰਹੀ ਹੈ। ਅਸੀਂ ਮੀਡੀਆ ਦੇ ਤੌਰ ਤੇ ਆਪਣਾ ਫਰਜ਼ ਸਮਝਿਆ ਕਿ ਅਸੀਂ ਉਹਨਾਂ ਸਾਰੇ ਲੋਕਾਂ ਦਾ ਮੁਲਾਂਕਣ ਕਰਦੇ ਹੋਏ ਦੇਖੀਏ ਕਿ ਕਿੰਨੇ ਬੰਦਿਆਂ ਨੂੰ ਮੁੱਦਿਆਂ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਡਾਕਟਰ ਸਤਿੰਦਰ ਸਰਤਾਜ ਨੇ ਵਿਸਾਖੀ ਵਾਲੇ ਦਿਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਰਚਿਤ ਜ਼ਫਰਨਾਮੇ ਦਾ ਫਾਰਸੀ ਵਿੱਚ ਗਾਇਨ ਕਰਕੇ ਰਿਲੀਜ਼ ਕੀਤਾ। ਪਹਿਲੀ ਗੱਲ ਸੀ ਕਿ ਡਾਕਟਰ ਸਰਤਾਜ ਦੇ ਵੱਲੋਂ ਇਹ ਇੱਕ ਇਤਿਹਾਸਿਕ ਕੰਮ ਸੀ। ਪਹਿਲੀ ਵਾਰ ਕਿਸੇ ਨੇ ਪੂਰਾ ਜ਼ਫਰਨਾਮਾ ਗਾ ਕੇ ਲੋਕਾਂ ਦੇ ਸਾਹਮਣੇ ਲਿਆਂਦਾ। ਗਾਉਣ ਦੀ ਗੱਲ ਤਾਂ ਛੱਡੋ, ਕਿਸੇ ਨੇ ਬੋਲ ਕੇ ਵੀ ਕਦੇ ਪੂਰਾ ਜ਼ਫਰਨਾਮਾ ਰਿਕਾਰਡ ਨਹੀਂ ਕੀਤਾ। ਇੱਕ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ 10ਵੇਂ ਪਾਤਸ਼ਾਹ ਨੇ ਜ਼ਫਰਨਾਮਾ ਫਾਰਸੀ ਭਾਸ਼ਾ ਤੇ ਫਾਰਸੀ ਹੀ ਲਿਪੀ ਵਿੱਚ ਲਿਖਿਆ। ਉਹਨਾਂ ਨੇ ਇਸ ਦਾ ਉਤਾਰਾ ਗੁਰਮੁਖੀ ਵਿੱਚ ਨਹੀਂ ਕੀਤਾ। ਗੁਰੂ ਸਾਹਿਬ ਤੋਂ ਬਾਅਦ ਮਹਾਪੁਰਸ਼ਾਂ ਜਾਂ ਆਮ ਸਿੱਖਾਂ ਨੇ ਇਸ ਦਾ ਉਤਾਰਾ ਗੁਰਮੁਖੀ ਵਿੱਚ ਕੀਤਾ। ਇਹਨਾਂ ਵਿੱਚੋਂ 33-34 ਉਤਾਰੇ ਸੰਗਤ ਵਿੱਚ ਪ੍ਰਚਲਿਤ ਹਨ, ਜਿੱਥੇ ਇਹ ਗੱਲ ਧਿਆਨਯੋਗ ਹੈ ਕਿ ਇਹ ਸਾਰੇ ਉਤਾਰੇ ਇੱਕ ਦੂਜੇ ਨਾਲ ਨਹੀਂ ਮਿਲਦੇ। ਇਸੇ ਤਰ੍ਹਾਂ ਡਾਕਟਰ ਸਰਤਾਜ ਨੇ ਕੋਈ ਉਤਾਰਾ ਚੁੱਕ ਕੇ ਉਸ ਨੂੰ ਗਾਉਣ ਦੀ ਬਜਾਏ ਗੁਰੂ ਸਾਹਿਬ ਦਾ ਅਸਲ ਫਾਰਸੀ ਵਾਲਾ ਜ਼ਫਰਨਾਮਾ ਗਾਇਆ ਤਾਂ ਫਾਰਸੀ ਵਾਲਾ ਸਰੋਤ ਸਾਹਮਣੇ ਰੱਖ ਕੇ ਉਸ ਵਿੱਚ ਗਲਤੀ ਕੱਢੀ ਜਾ ਸਕਦੀ ਹੈ, ਨਾ ਕਿ ਗੁਰਮੁਖੀ ਵਾਲੇ ਉਤਾਰਿਆਂ ਨਾਲ। ਇਸ ਵਧੀਆ ਕੰਮ ਤੇ ਉਪਰਾਲੇ ਵਿੱਚ ਕਾਂਜੀ ਉਸ ਵੇਲੇ ਘੋਲੀ ਗਈ ਜਦੋਂ ਇੱਕ ਇਮੈਚੁਰ ਸਟੂਡੈਂਟ ਨੇ 2 ਕੁ ਗੁਰਮੁਖੀ ਦੇ ਉਤਾਰੇ ਲੈ ਕੇ ਡਾਕਟਰ ਸਰਤਾਜ ਦੇ ਉਤਾਰੇ ਵਿੱਚ ਸਿਰਫ ਗਲਤੀਆਂ ਹੀ ਨਹੀਂ ਕੱਢੀਆਂ, ਸਗੋਂ ਹੋਛੇਪਣ ਦੇ ਵਿੱਚ ਸਲੀਕੇ ਦੀ ਪਰਵਾਹ ਕਰੇ ਬਿਨਾਂ ਡਾਕਟਰ ਸਰਤਾਜ ਦੀ ਵਿੱਦਿਆ ਤੇ ਸੰਸਥਾਵਾਂ ਤੇ ਵੀ ਇਤਰਾਜ਼ ਉਠਾ ਦਿੱਤੇ। ਫਿਰ ਕੀ ਸੀ, ਲੋਕ ਤਾਂ ਲਾਕਡਾਊਨ ਵਿੱਚ ਲਾਈਕ ਤੇ ਸ਼ੇਅਰ ਕਰਨ ਦੇ ਲਈ ਤਿਆਰ ਬੈਠੇ ਸੀ। ਅਸੀਂ ਕਿਹੜਾ ਪੂਰੀ ਗੱਲ ਘੋਖਣੀ ਹੁੰਦੀ ਹੈ, ਕੋਈ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ, ਕਰ ਦਿੱਤਾ ਆਪਾਂ ਇੰਟਰਨੈਟ ਗਰਮ। ਡਾਕਟਰ ਸਰਤਾਜ ਉਸ ਬਾਰੇ ਕੋਈ ਆਪਣੀ ਸਫਾਈ ਦਿੰਦਾ ਉਸ ਤੋਂ ਪਹਿਲਾਂ ਵੇਲੜ ਜਥੇਦਾਰ ਵੀ ਆ ਗਏ ਵਗਦੀ ਗੰਗਾ ਵਿੱਚ ਹੱਥ ਧੋਣ ਦੇ ਲਈ। ਉਹਨਾਂ ਨੂੰ ਲੱਗਿਆ ਕਿ ਸਰਤਾਜ ਵੱਡਾ ਬੰਦਾ ਹੈ, ਵਾਹਵਾ ਮਸ਼ਹੂਰੀ ਮਿਲੂ। ਹੱਥ ਕੀ ਧੋਣੇ ਸੀ, ਉਹਨਾਂ ਨੇ ਤਾਂ ਗੰਗਾ 'ਚ ਛਾਲ ਹੀ ਮਾਰ ਦਿੱਤੀ। ਸ਼ਿਕਾਇਤ ਕਰ ਦਿੱਤੀ ਅਕਾਲ ਤਖਤ ਤੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਸਲੇ ਦੀ ਰਿਪੋਰਟ ਤਿਆਰ ਕਰਨ ਦੇ ਲਈ ਸਿੱਖ ਵਿਦਵਾਨ ਸੁਖਪ੍ਰੀਤ ਸਿੰਘ ਉਦੋਕੇ ਦੀ ਜ਼ਿੰਮੇਵਾਰੀ ਲਾ ਦਿੱਤੀ। ਉਹਨਾਂ ਨੇ 2 ਦਿਨਾਂ ਦੇ ਵਿੱਚ ਹੀ 27 ਸਫ਼ੇ ਦੀ ਰਿਪੋਰਟ ਦੇ ਕੇ ਸਿਰਫ ਇਹੀ ਨਹੀਂ ਕਿਹਾ ਕਿ ਸਰਤਾਜ ਠੀਕ ਹੈ, ਸਗੋਂ ਉਹਨਾਂ ਨੇ ਕਿਹਾ ਕਿ ਉਚਾਰਨ ਦੇ ਪੱਖ ਤੋਂ ਸਰਤਾਜ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਕਿ ਸਾਡੇ ਕੋਲ ਜ਼ਫਰਨਾਮੇ ਦੇ ਜਿੰਨੇ ਵੀ ਹੱਥ ਲਿਖਤ ਨੁਕਸੇ ਨੇ ਉਹਨਾਂ ਦੇ ਵਿੱਚ ਲਿਪੀ ਅੰਤਰ ਦੇ ਵਿੱਚ ਆਪਸੀ ਭੇਦ ਬਹੁਤ ਨੇ, ਪਰ ਇਹਨਾਂ ਸਾਰਿਆਂ ਖਰੜਿਆਂ ਦਾ ਅਧਿਐਨ ਕਰਨ ਤੋਂ ਬਾਅਦ ਸਤਿੰਦਰ ਸਰਤਾਜ ਨੇ ਜਿਹੜਾ ਉਚਾਰਨ ਔਰ ਜਿਹੜੀ ਲਿਖਤ ਸਾਡੇ ਸਾਹਮਣੇ ਪੇਸ਼ ਕੀਤੀ ਹੈ ਨਵੇਂ ਰੂਪ ਦੇ ਵਿੱਚ, ਉਸ ਦੇ ਨਾਲ ਮੈਨੂੰ ਇੱਕ ਆਸ ਦੀ ਕਿਰਨ ਜ਼ਰੂਰ ਜਾਗੀ ਹੈ ਕਿ ਹੁਣ ਸਾਡੇ ਨੌਜਵਾਨਾਂ ਦੇ ਕੋਲ ਕਮ ਸੇ ਕਮ ਇੱਕ ਐਸੇ ਖਰੜੇ ਦਾ ਮਾਪਦੰਡ ਨਿਰਧਾਰਿਤ ਕੀਤਾ ਜਾ ਸਕਦਾ ਹੈ ਜਿਸ ਦੇ ਆਧਾਰ ਦੇ ਉੱਪਰ ਉਹ ਗੁਰਮੁਖੀ ਵਿੱਚ ਵੀ ਜ਼ਫਰਨਾਮੇ ਦਾ ਜਿਹੜਾ ਉਹ ਫਾਰਸੀ ਉਚਾਰਨ ਕਰ ਸਕਦੇ ਨੇ। ਅਕਾਲ ਤਖਤ ਸਾਹਿਬ ਨੇ ਆਪਣਾ ਬਿਆਨ ਦਿੱਤਾ ਕਿ ਇਹ ਵਿਵਾਦ ਬੇਬੁਨਿਆਦ, ਭਾਵ ਬੇਸਲੈਸ ਤੇ ਨਿਰਮੂਲ ਹੈ। ਲਓ ਸੁਣਦੇ ਹਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ। ਸਰਤਾਜ ਨੇ ਜ਼ਫਰਨਾਮਾ ਗਾਇਆ ਸੀ ਤੇ ਕੁਝ ਇੱਕ ਸ਼ਿਕਾਇਤਾਂ ਸ੍ਰੀ ਅਕਾਲ ਤਖਤ ਸਾਹਿਬ ਪੁੱਜੀਆਂ ਸੀ ਤੇ ਉਹਨਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਸੀਂ ਪੜਤਾਲ ਕਰਵਾਈ ਹੈ। ਸਿੱਖ ਵਿਦਵਾਨ ਦੀ ਡਿਊਟੀ ਲਗਾਈ ਗਈ ਸੀ, ਉਸਨੇ ਬਹੁਤ ਸਾਰੇ ਖਰੜਿਆਂ ਦਾ ਅਧਿਐਨ ਕੀਤਾ, ਬਹੁਤ ਸਾਰੇ ਵਿਦਵਾਨਾਂ ਦੇ ਨਾਲ ਮਸ਼ਵਰਾ ਕੀਤਾ ਇਸ ਮਸਲੇ ਦੇ ਉੱਤੇ ਤੇ ਉਹਨੇ ਜੋ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਬਮਿਟ ਕੀਤੀ ਹੈ, ਉਸ ਰਿਪੋਰਟ ਦੇ ਮੁਤਾਬਕ ਇਹ ਜਿਹੜਾ ਵਿਵਾਦ ਹੈ ਇਹ ਬਿਲਕੁਲ ਬੇਬੁਨਿਆਦ ਤੇ ਨਿਰਮੂਲ ਹੈ। ਇਹ ਕਿਉਂਕਿ ਸਤਿੰਦਰ ਸਰਤਾਜ ਨੇ ਜਿਹੜੇ ਖਰੜੇ ਨੂੰ ਆਧਾਰ ਬਣਾਇਆ ਹੈ ਉਹ ਖਰੜਾ ਜਿਹੜਾ ਹੈਗਾ ਉਹ ਇੱਕ ਪੁਰਾਤਨ ਖਰੜਾ ਹੈ ਤੇ ਜਿਹੜੇ ਖਰੜੇ ਨੂੰ ਆਧਾਰ ਬਣਾ ਕੇ ਤਰੁੱਟੀਆਂ ਜਿਹੜੀਆਂ ਲੱਭੀਆਂ ਗਈਆਂ ਨੇ ਉਹ ਖਰੜੇ ਜਿਹੜੇ ਨੇ ਪਿਆਰਾ ਸਿੰਘ ਪਦਮ ਤੇ ਪਾਸ਼ਾ ਭਾਗ ਦੇ ਆਧਾਰਿਤ ਹੈ ਤੇ ਸਾਰੇ ਖਰੜਿਆਂ ਦਾ ਅਧਿਐਨ ਕਰਨ ਤੋਂ ਬਾਅਦ ਜਿਹੜੀ ਰਿਪੋਰਟ ਸਾਡੇ ਕੋਲ ਆਈ ਹੈ ਤੇ ਉਹਦੇ ਵਿੱਚ ਸਪਸ਼ਟ ਕੀਤਾ ਹੈ ਕਿ ਇਹ ਜਿਹੜਾ ਵਿਵਾਦ ਹੈ ਇਹ ਬਿਲਕੁਲ ਲੱਗਿਆ ਕਿ ਡਾਕਟਰ ਸਤਿੰਦਰ ਸਰਤਾਜ ਇਸ ਸਾਰੇ ਘਟਨਾਕ੍ਰਮ ਤੋਂ ਖੁਸ਼ ਨਹੀਂ, ਕਿਉਂਕਿ ਉਹ ਸਮਝਦੇ ਨੇ ਕਿ ਜਿਹੜੇ ਲੋਕਾਂ ਨੂੰ ਜ਼ਫਰਨਾਮੇ ਬਾਰੇ ਬਿਲਕੁਲ ਗਿਆਨ ਨਹੀਂ, ਉਹ ਐਕਸਪਰਟ ਬਣ ਕੇ ਕਿਵੇਂ ਆਪਣੀ ਰਾਏ ਦੇ ਰਹੇ ਨੇ।
ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚੋਂ ਕਿਸੇ ਨੇ ਸਾਨੂੰ ਸਲੀਕੇ ਦੇ ਨਾਲ ਸੰਪਰਕ ਕਰਕੇ ਸਾਡੀ ਰਾਏ ਲੈਣ ਦੀ ਬਜਾਏ ਅਕਾਲ ਤਖਤ ਤੇ ਸ਼ਿਕਾਇਤ ਕਰ ਦਿੱਤੀ, ਜਿਹੜੀ ਕਿ ਚੰਗੀ ਗੱਲ ਨਹੀਂ। ਉਹਨਾਂ ਨੇ ਉਹ ਸਾਰੇ ਲੋਕਾਂ ਨੂੰ ਸਵਾਲ ਕੀਤਾ ਕਿ ਕੀ ਉਹ ਹੁਣ ਲੋਕਾਂ ਤੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣਗੇ। ਜਦੋਂ ਇਹ ਮਾਮਲਾ ਕਾਫੀ ਜ਼ਿਆਦਾ ਤੂਲ ਫੜ ਗਿਆ ਤੇ ਕੁਝ ਬੁੱਧੀਜੀਵੀ ਜਾਂ ਉੱਚੀ ਸੋਚ ਰੱਖਣ ਵਾਲੇ ਲੋਕ ਸਾਹਮਣੇ ਆਏ। ਜ਼ਫਰਨਾਮਾ ਇੰਟਰਨੈਟ ਤੇ ਸੁਣ ਕੇ ਡਾਕਟਰ ਸਰਤਾਜ ਨੂੰ ਆਪ ਕੰਟੈਕਟ ਕੀਤਾ। ਫੇ ਇਸ ਕੁਵਾਰੀ ਨੇ, ਜੋ ਫਾਰਸੀ ਸਾਹਿਤ ਦੀ ਪ੍ਰੋਫੈਸਰ ਹੈ ਤੇ ਨਾਲ ਯੂਰਪ ਵਿਚਲੇ ਯੂਰੋਨਿਊਜ਼ ਟੈਲੀਵਿਜ਼ਨ ਦੀ ਪੱਤਰਕਾਰ ਵੀ ਹੈ। ਸੁਣੋ ਉਹ ਗੁਰੂ ਸਾਹਿਬ ਦੇ ਜ਼ਫਰਨਾਮੇ ਬਾਰੇ ਕੀ ਕਹਿੰਦੀ ਹੈ। Zafarnama of Guru Gobind Singh does not need my introduction. If you are Indian or Persian, you are either able to learn about it or read through it by yourself. What really amazes me is that how a person could be able to write poetry in a different language than the native language. If you just want to say how difficult it is, try to learn something in your target language, which you are learning, and see how it's almost close to impossible. ਪਰਵਿੰਦਰ ਸਿੰਘ ਚੰਦੋਕ ਈਰਾਨ ਦੇ ਵਿੱਚ ਚੌਥੀ ਜਨਰੇਸ਼ਨ ਨੇ, ਉੱਥੇ ਹੀ ਜੰਮੇ ਪਲੇ ਨੇ ਤੇ ਸਮਾਜ ਸੇਵੀ ਤੇ ਵਿਦਿਅਕ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ। ਆਓ ਉਹਨਾਂ ਦਾ ਪ੍ਰਤੀਕਰਮ ਸੁਣਦੇ ਹਾਂ ਕਿ ਉਹ ਡਾਕਟਰ ਸਤਿੰਦਰ ਸਰਤਾਜ ਦੇ ਵੱਲੋਂ ਗਾਏ ਜ਼ਫਰਨਾਮੇ ਬਾਰੇ ਕੀ ਕਹਿੰਦੇ ਨੇ। ਸਾਡੀ ਪਰਿਵਾਰ ਦੀ ਜੰਮਪਲ ਈਰਾਨ ਦੇ ਵਿੱਚ ਅੱਜ 80 ਸਾਲ ਤੋਂ ਸਾਡਾ ਪਰਿਵਾਰ ਈਰਾਨ 'ਚ ਹੈ, ਚੌਥੀ ਪੀੜ੍ਹੀ ਹੈ ਔਰ ਵੱਡੇ ਤੋਂ ਵੱਡੇ ਫਾਰਸੀ ਦੇ ਸਕਾਲਰ ਸਾਡੇ ਨਾਲ ਹੈ, ਜਿਨ੍ਹਾਂ ਨਾਲ ਅਸੀਂ ਓਪਨ ਰਾਊਂਡ ਟੇਬਲ ਕਰਕੇ ਇਸ ਬਾਰੇ ਹੋਰ ਚਰਚਾ ਕਰਨੇ ਨੂੰ ਵੀ ਤਿਆਰ ਹਾਂ ਕਿ ਮੈਨੂੰ ਤਾਂ ਇਲਮ ਹੀ ਨਹੀਂ ਸੀ ਕਿ ਸਰਦਾਰ ਸਤਿੰਦਰ ਸਿੰਘ ਸਰਤਾਜ ਦਾ ਇੰਨਾ ਪਰਸ਼ੀਅਨ ਦੇ ਵਿੱਚ ਗਿਆਨ ਹੈ, ਇਤਨੀ ਫਾਰਸੀ ਦੀ ਉਹਨਾਂ ਨੂੰ ਨੌਲੇਜ ਹੈ, ਜੋ ਸੁਣ ਕੇ ਤੇ ਦੇਖ ਕੇ ਮੈਂ ਹੱਕਾ ਬੱਕਾ ਰਹਿ ਗਿਆ। ਤੇ ਫਿਰ ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਸੰਪਰਕ ਕਰਾਂ। ਨਾ ਮੈਂ ਉਹਨਾਂ ਨੂੰ ਅੱਜ ਤੱਕ ਮਿਲਿਆ, ਨਾ ਉਹਨਾਂ ਦੇ ਨਾਲ ਮੇਰੀ ਅੱਜ ਤੱਕ ਕੋਈ ਗੱਲਬਾਤ ਹੋਈ, ਮਗਰ ਇੱਕ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ, ਸਪੈਸ਼ਲੀ ਕਿਉਂਕਿ ਜੰਮਪਲ ਈਰਾਨ ਦੀ ਔਰ ਫਾਰਸੀ ਦਾ ਪੂਰਾ ਗਿਆਨ ਹੈ ਮੈਨੂੰ, ਔਰ ਫਾਰਸੀ ਦੇ ਵਿੱਚ ਬੜੇ ਸਕਾਲਰਸ ਦੇ ਨਾਲ ਉੱਠਣ ਬੈਠਣ ਹੈ। ਮੈਂ ਉਹਨਾਂ ਨੂੰ ਨਿਯੋਤਾ ਦੇਣਾ ਕਿ ਉਹ ਈਰਾਨ ਆਉਣ। ਮੈਂ ਇਹਨਾਂ ਸ਼ਬਦਾਂ ਨਾਲ ਤੁਹਾਡੇ ਅੱਗੇ ਬੇਨਤੀ ਕਰਨਾ ਕਿ ਤੁਸੀਂ ਆਪਣੇ ਮਨ ਦੇ ਵਿੱਚ ਇੱਕ ਚੀਜ਼ ਨੂੰ ਬੜੀ ਖੁਸ਼ੀ ਨਾਲ ਸਵੀਕਾਰ ਕਰੋ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਭਾਸ਼ਾ, ਜਿਹੜੀ ਫਾਰਸੀ ਜ਼ਬਾਨ ਦੁਨੀਆ ਦੇ ਸਭ ਤੋਂ ਵੱਡੇ ਸਕਾਲਰ ਸਨ, ਅੱਜ ਸਾਰੇ ਜਗਤ ਵਿੱਚ ਇਹਨਾਂ ਨੇ ਉਦਮ ਕਰਕੇ ਪਹੁੰਚਾਈ ਹੈ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਅਸੀਂ ਹਮੇਸ਼ਾ ਇਹਨਾਂ ਦੇ ਨਾਲ ਹਾਂ ਤੇ ਇਹਨਾਂ ਦਾ ਸਾਥ ਵੀ ਦੇਵਾਂਗੇ। ਇਸੇ ਤਰ੍ਹਾਂ ਗਿਆਨੀ ਗੁਰਵਿੰਦਰ ਸਿੰਘ ਨੰਗਲੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਤਾਂ ਅਸਲ ਦੇ ਵਿੱਚ ਸਰਤਾਜ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਸੋ ਸਤਿੰਦਰ ਸਰਤਾਜ ਜਿਨ੍ਹਾਂ ਨੇ ਬੜੀ ਪਹਿਲ ਕਦਮੀ ਕਰਕੇ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤਿਨਾਂ ਦੀ ਰੂਹਾਨੀ ਗੁਰਬਾਣੀ ਉਹ ਗਾਈ ਅਤੇ ਗੁਰੂ ਕੀਆਂ ਸਿੱਖ ਸੰਗਤਾਂ ਤੱਕ ਬਲਕਿ ਸਗਲੀ ਲੁਕਾਈ ਦੇ ਵਿੱਚ ਪਹੁੰਚਾਉਣ ਦਾ ਭਾਰੀ ਯਤਨ ਕੀਤਾ ਹੈ। ਪਹਿਲੀ ਗੱਲ ਤੇ ਜਿਹਦੇ ਉੱਪਰ ਸਤਿਗੁਰੂ ਦੀ ਕਿਰਪਾ ਹੋਵੇ ਉਹ ਇਹੋ ਜਿਹੀ ਪਹਿਲ ਕਦਮੀ ਕਰਦਾ ਹੈ। ਉਹਨਾਂ ਨੇ ਜੋ ਇਹ ਪਹਿਲ ਕਦਮੀ ਕੀਤੀ ਹੈ ਵੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੂਰੇ ਵਰਲਡ ਦੇ ਵਿੱਚ ਪਹੁੰਚਾਇਆ ਹੈ। ਦੂਜਾ, ਜਿਹਦੇ ਉੱਪਰ ਸਵਾਲੀਆ ਨਿਸ਼ਾਨ ਉੱਠੇ ਉਹਦੀ ਪ੍ਰਸਿੱਧੀ ਜ਼ਿਆਦਾ ਹੁੰਦੀ ਹੈ। ਜਿਹਨੇ ਨਹੀਂ ਵੀ ਵੇਖਣਾ ਉਹ ਵੀ ਵੇਖਦਾ ਹੈ ਵੀ ਇਹਨਾਂ ਨੇ ਕੀ ਗਲਤ ਕਰ ਦਿੱਤਾ ਹੈ। ਤੋ ਜ਼ਫਰਨਾਮੇ ਦੀ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਆਪਣੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਾਇਆ ਤੇ ਆਪ ਹੀ ਸਵਾਲੀਆ ਨਿਸ਼ਾਨ ਉਠਾਇਆ ਹੈ। ਇਸ ਲਈ ਸਾਨੂੰ ਬਹੁਤਾ ਸ਼ੰਕਾਗ੍ਰਸੀ ਹੋ ਕੇ ਤਾੜਨ ਦੀ ਵੀ ਲੋੜ ਕੋਈ ਨਹੀਂ ਹੈ ਕਿ ਉਹਨਾਂ ਨੇ ਇਹ ਗਲਤ ਕਰ ਦਿੱਤਾ ਜਾਂ ਕਿਵੇਂ ਕਰ ਦਿੱਤਾ। ਮੈਨੂੰ ਸਿੰਘਾਂ ਨੇ ਦੱਸਿਆ ਵੀ ਉਹਨਾਂ ਨੇ ਜਾਪ ਸਾਹਿਬ ਦੀ ਤਰਜਮਾਨੀ ਦੇ ਉੱਪਰ ਵੀ ਸੱਚੇ ਪਾਤਸ਼ਾਹ ਜੀ ਦੀ ਉਸਤਤ ਕੀਤੀ ਹੈ। ਫਿਰ ਇਸੇ ਤਰ੍ਹਾਂ ਆਰਤੀ ਆਰਤਾ ਵੀ ਗਾਇਨ ਕੀਤਾ ਹੈ ਤੇ ਹੁਣ ਉਹਨਾਂ ਨੇ ਜ਼ਫਰਨਾਮੇ ਦੀ ਇਹ ਪਹਿਲ ਕਰਮੀ ਕੀਤੀ ਹੈ। ਤੋ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਤੇ ਅੱਗੇ ਵਾਸਤੇ ਮੈਂ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਇਹ ਸੇਵਾ ਲੈਂਦੇ ਰਹਿਣ। ਡਾਕਟਰ ਇਕਤਦਾਰ ਚੀਮਾ, ਜੋ ਕਿ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਕਮੇਟੀ ਦੇ ਚੇਅਰਮੈਨ ਰਹੇ ਨੇ ਤੇ ਸਿੱਖ ਧਰਮ ਤੇ ਇਤਿਹਾਸ ਬਾਰੇ ਵੀ ਆਪਣੇ ਖੋਜ ਪੱਤਰ ਛਾਪਦੇ ਰਹਿੰਦੇ ਨੇ। ਉਹਨਾਂ ਨੂੰ ਕੰਸਟਰਕਟਿਵ ਕ੍ਰਿਟਿਸਿਜ਼ਮ ਬਾਰੇ ਵੀ ਜਾਣਿਆ ਜਾਂਦਾ ਹੈ ਤੇ ਇਸ ਸਾਰੇ ਮਸਲੇ ਬਾਰੇ ਉਹਨਾਂ ਦੀ ਰਾਏ ਆਪਾਂ ਸੁਣਦੇ ਹਾਂ।
ਮੈਂ ਕੁਝ ਵੀਡੀਓਜ਼ ਦੇਖੀਆਂ ਨੇ ਜਿਹੜੀਆਂ ਡਾਕਟਰ ਸਤਿੰਦਰ ਸਰਤਾਜ ਦੇ ਜ਼ਫਰਨਾਮਾ ਗਾਣ ਦੇ ਬਾਰੇ 'ਚ ਜਾਰੀ ਕੀਤੀਆਂ ਗਈਆਂ ਨੇ। ਅੱਜ ਕੱਲ੍ਹ ਦੇ ਦੌਰ ਦੇ ਵਿੱਚ ਹਰ ਕੌਮ ਔਰ ਹਰ ਧਰਮ ਦੇ ਲੋਕਾਂ ਨੂੰ ਇਸ ਚੀਜ਼ ਦੀ ਫਿਕਰ ਹੈ ਕਿ ਕਿਸ ਤਰ੍ਹਾਂ ਉਹਨਾਂ ਆਪਣੇ ਧਾਰਮਿਕ ਆਗੂਆਂ ਨੂੰ, ਆਪਣੇ ਗੁਰੂਆਂ ਨੂੰ, ਆਪਣੇ ਧਾਰਮਿਕ ਗ੍ਰੰਥਾਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਹੈ। ਸੋ ਇਸ ਦੌਰ ਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਦਾ ਜ਼ਫਰਨਾਮੇ ਨੂੰ ਇਸ ਤਰ੍ਹਾਂ ਗਾ ਕੇ ਪੂਰੀ ਦੁਨੀਆ ਸਾਹਮਣੇ ਪੇਸ਼ ਕਰਨਾ ਬਹੁਤ ਹੀ ਸਲਾਹਨਾਯੋਗ ਕੰਮ ਸੀ। ਪਰ ਉੱਤੇ ਜਿਸ ਤਰ੍ਹਾਂ ਦੇ ਇਤਰਾਜ਼ ਕੀਤੇ ਗਏ ਉਹ ਦੇਖ ਕੇ ਹਾਸਾ ਵੀ ਆਉਂਦਾ ਹੈ ਔਰ ਉੱਤੇ ਦੁੱਖ ਵੀ ਹੁੰਦਾ ਹੈ। ਜਿਸ ਤਰ੍ਹਾਂ ਗੁਰਿੰਦਰ ਸਿੰਘ ਜੀ ਜਿਹੜੇ ਲਖਨਊ ਯੂਨੀਵਰਸਿਟੀ 'ਚ ਪੜ੍ਹਦੇ ਨੇ, ਉਹਨਾਂ ਸਭ ਤੋਂ ਪਹਿਲਾਂ ਵੀਡੀਓ ਜ਼ਫਰਨਾਮੇ ਦੇ ਬਾਰੇ ਜਾਰੀ ਕੀਤੀ ਔਰ ਉਹਨਾਂ ਨੇ ਜਿਹੜੇ ਇਤਰਾਜ਼ ਕੀਤੇ ਨੇ, ਇੱਕ ਤਾਂ ਉਹਨਾਂ ਨੇ ਕਿਹਾ ਕਿ ਕਈ 100 ਉਹਦੇ 'ਚ ਗਲਤੀਆਂ ਨੇ। ਬਿਹਤਰ ਤਾਂ ਇਹ ਸੀ ਕਿ ਉਹ ਜਿਹੜੀਆਂ ਕਈ 100 ਗਲਤੀਆਂ ਦਾ ਜ਼ਿਕਰ ਕਰ ਰਹੇ ਨੇ ਔਰ ਲਿਖਤੀ ਰੂਪ ਦੇ ਵਿੱਚ ਸਾਹਮਣੇ ਲਿਆਉਂਦੇ ਔਰ ਉਹਨੂੰ ਕਿਸੇ ਆਰਟੀਕਲ ਦੇ ਤੌਰ 'ਤੇ ਛਾਪਦੇ। ਪਰ ਜੇ ਉਹਨਾਂ ਨੇ ਸਿਰਫ ਲਫ਼ਜ਼ਾਂ ਦੀ ਅਦਾਇਗੀ ਜਾਂ ਅੱਖਰਾਂ ਦੀ ਅਦਾਇਗੀ ਨੂੰ ਹੀ ਬੁਨਿਆਦ ਬਣਾ ਕੇ ਸਤਿੰਦਰ ਸਰਤਾਜ ਦੇ ਉੱਤੇ ਜਿਹੜਾ ਹੈ ਉਹ ਟਿੱਪਣੀ ਕਰਨੀ ਹੈ, ਜਿਸ ਤਰ੍ਹਾਂ ਉਹਨਾਂ ਨੇ ਸਤਿੰਦਰ ਸਰਤਾਜ ਦੇ ਜ਼ੋਏ ਅਤੇ ਜ਼ਵਾਦ ਦੇ ਫ਼ਰਕ ਨੂੰ ਫੜ ਕੇ ਗੱਲ ਕੀਤੀ ਔਰ ਕਿਹਾ ਕਿ ਸਤਿੰਦਰ ਸਰਤਾਜ ਨੂੰ ਕਿਸ ਤਰ੍ਹਾਂ ਗੋਲਡ ਮੈਡਲ ਮਿਲਿਆ, ਉਹਨੂੰ ਤਾਂ ਹਰੂਫਾਤ ਦਾ ਹੀ ਨਹੀਂ ਪਤਾ। ਹੁਣ ਜੇ ਤੁਸੀਂ ਇੱਦਾਂ ਹੀ ਗਲਤੀਆਂ ਫੜਨੀਆਂ ਤੇ ਤੁਹਾਡੀ ਆਪਣੇ ਇੰਟਰਵਿਊ 'ਚ ਬਹੁਤ ਸਾਰੀਆਂ ਗਲਤੀਆਂ ਅੱਖਰਾਂ ਨੂੰ ਬੋਲਣ 'ਚ ਹੋ ਗਈਆਂ। ਜਿਸ ਤਰ੍ਹਾਂ ਹਰੂਫਾਤ, ਤੁਸੀਂ ਕਿਹਾ ਹਰੂਫਾਤ ਕੋਈ ਅੱਖਰ ਨਹੀਂ ਹੁੰਦਾ, ਨਾ ਹੀ ਕੋਈ ਲਫ਼ਜ਼ ਹੈ, ਬਲਕਿ ਲਫ਼ਜ਼ ਹੈ ਜਾਂ ਅੱਖਰ ਹੈ ਹਰਫ, ਔਰ ਉਹਦੀ ਜਿਹੜੀ ਪਲੂਰਲਿਸਟਿਕ ਟਰਮ ਹੈ ਜਾਂ ਉਹਦੀ ਜਮ੍ਹਾਂ ਹੈ ਉਹ ਹੈ ਹਰੂਫ। ਇਸੇ ਤਰ੍ਹਾਂ ਹੀ ਗੁਰਿੰਦਰ ਸਿੰਘ ਜੀ ਕਹਿ ਗਏ ਆਜਿਜ਼ ਨਵਾਜ਼। ਹੁਣ ਆਜਿਜ਼ ਨਵਾਜ਼ ਕੋਈ ਪਰਸ਼ੀਅਨ ਜਾਂ ਉਰਦੂ ਦਾ ਵਰਡ ਨਹੀਂ ਹੈ, ਅਸਲ 'ਚ ਲਫ਼ਜ਼ ਹੈ ਆਜਿਜ਼ ਨਵਾਜ਼। ਫਿਰ ਉਹ ਕਈ ਥਾਂ ਕਹਿ ਗਏ ਖੁਦਾ। ਹੁਣ ਖੁਦਾ ਕੋਈ ਲਫ਼ਜ਼ ਨਹੀਂ ਹੈ, ਲਫ਼ਜ਼ ਹੈ ਖੁਦਾ। ਫਿਰ ਉਹ ਜਾਇਜ਼ ਜਿਹੜਾ ਪਰਸ਼ੀਅਨ ਔਰ ਉਰਦੂ 'ਚ ਲਫ਼ਜ਼ ਬੋਲਿਆ ਜਾਂਦਾ ਹੈ ਉਹਨੂੰ ਜਾਇਜ਼ ਕਹਿ ਗਏ। ਸੋ ਜੇ ਤੁਸੀਂ ਇੱਦਾਂ ਗਲਤੀਆਂ ਫੜਨੀਆਂ, ਤੁਹਾਡੇ ਆਪਣੇ ਇੰਟਰਵਿਊ 'ਚ ਤੁਹਾਡੀਆਂ ਬਹੁਤ ਸਾਰੀਆਂ ਗਲਤੀਆਂ, ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ 5 ਸਾਲ ਤੋਂ ਉਰਦੂ ਔਰ ਫਾਰਸੀ ਪੜ੍ਹ ਰਹੇ ਹੋ, ਔਰ ਜਿਹੜੇ ਭਾਈ ਸਾਹਿਬ ਉਹਨਾਂ ਦਾ ਇੰਟਰਵਿਊ ਕਰ ਰਹੇ ਨੇ ਉਹ ਇੰਟਰਵਿਊ ਦੇ ਸ਼ੁਰੂ 'ਚ ਹੀ ਇਹ ਕਹਿੰਦੇ ਨੇ ਕਿ ਏਡੇ ਵੱਡੇ ਸਿੱਖ ਪੰਥ 'ਚੋਂ ਕਿਸੇ ਨੇ ਵੀ ਹਮਾਕਤ ਨਹੀਂ ਕੀਤੀ ਕਿ ਉਸ ਸਤਿੰਦਰ ਸਰਤਾਜ ਨੂੰ ਪੁੱਛੇ ਉਹਨੇ ਕੀ ਕੀਤਾ। ਹੁਣ ਹਮਾਕਤ ਦਾ ਜਿਹੜਾ ਲਫ਼ਜ਼ ਹੈ ਉਰਦੂ 'ਚ ਉਹਦਾ ਮਤਲਬ ਹੁੰਦਾ ਹੈ ਮੂਰਖਤਾ। ਸੋ ਇਸ ਤਰ੍ਹਾਂ ਕਿਸੇ ਦੀਆਂ ਗਲਤੀਆਂ ਫੜਨੀਆਂ ਬਹੁਤ ਸੌਖੀਆਂ, ਪਹਿਲਾਂ ਆਪਣੇ ਉੱਤੇ ਵੀ ਥੋੜ੍ਹਾ ਜਿਹਾ ਝਾਤ ਪਾਣੀ ਚਾਹੀਦੀ ਹੈ। ਇਸੇ ਤਰ੍ਹਾਂ ਮੈਂ ਉਦੋਕੇ ਸਾਹਿਬ ਦੀ ਵੀਡੀਓ ਦੇਖੀ ਜਿਹੜੀ ਬਹੁਤ ਵਧੀਆ ਸੀ। ਉਦੋਕੇ ਸਾਹਿਬ ਨੇ ਬਹੁਤ ਵਿਸਤਾਰ ਨਾਲ ਜਿਹੜੇ ਵੀ ਜ਼ਫਰਨਾਮੇ ਦੇ ਮੁਖਤਲਿਫ ਖਰੜੇ ਜਾਂ ਜਿਹਨੂੰ ਅਸੀਂ ਮੈਨੂਸਕ੍ਰਿਪਟ ਕਹਿੰਦੇ ਹਾਂ ਜਾਂ ਉਰਦੂ ਫਾਰਸੀ 'ਚ ਮਸਵਦਾ ਕਹਿੰਦਾ ਉਹਦੇ ਬਾਰੇ ਸਾਨੂੰ ਦੱਸਿਆ। ਪਰ ਉਦੋਕੇ ਸਾਹਿਬ ਵੀ ਜਿਹੜਾ ਹੈ ਉਹ ਘੱਟ ਤੋਂ ਘੱਟ 2 ਵਾਰੀ ਕਹਿ ਗਏ ਕਿ ਸਤਿੰਦਰ ਸਰਤਾਜ ਨੂੰ ਮੁਗਾਲਬਾ ਲੱਗ ਗਿਆ। ਮੁਗਾਲਬਾ ਕੋਈ ਲਫ਼ਜ਼ ਨਹੀਂ ਹੁੰਦਾ, ਲਫ਼ਜ਼ ਹੁੰਦਾ ਹੈ ਮੁਗਾਲਤਾ। ਹੁਣ ਆਪਾਂ ਇੱਕ ਇੱਕ ਕਰਕੇ ਮੁੱਦਿਆਂ ਦੇ ਵੱਲ ਆਉਂਦੇ ਹਾਂ। ਪੰਜਾਬ ਵਿੱਚ ਫਾਰਸੀ ਦੇ ਵਿਦਵਾਨ ਪ੍ਰਿੰਸੀਪਲ ਸਵਰਨ ਸਿੰਘ ਨੇ ਸਿੱਖ ਸਿਆਸਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਤਿੰਦਰ ਸਰਤਾਜ ਦੇ ਉਚਾਰਨ ਵਿੱਚ ਕੋਈ ਗਲਤੀ ਨਹੀਂ। ਪ੍ਰਿੰਸੀਪਲ ਸਵਰਨ ਸਿੰਘ ਬਾਰੇ ਦੱਸ ਦਈਏ ਕਿ ਉਹ ਫਾਰਸੀ ਦੇ ਮਾਹਰ ਹਨ, ਜਿਨ੍ਹਾਂ ਨੇ ਜੰਗਨਾਮੇ ਦਾ ਫਾਰਸੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। We learned about this amazing Zafarnama only after Dr. Satinder Sartaj made his recent music video with his epic tempo of Zafarnama, and we really liked it. So when you hear Dr. Sartaj reading or singing through Zafarnama, you see that everything is pronounced perfectly. And some people might wonder why it's not the same thing as they have heard. Maybe it's because they are not used to different dialects of Persian. But it's important that this is meaningful and everything is heard beautifully and authentically. And I do not think it could have been performed even better than that. ਜਿਹੜਾ ਡਾਕਟਰ ਸਤਿੰਦਰ ਜੀ ਨੇ ਈਰਾਨ ਦੇ ਮੌਲਵੀਆਂ ਦੇ ਕੋਲੋਂ ਉਹਨਾਂ ਦੇ ਕੋਲੋਂ ਇਹ ਜ਼ਫਰਨਾਮਾ ਕਰਵਾ ਕੇ ਸਾਡੇ ਤੱਕ ਉਹਨਾਂ ਨੇ ਭੇਜਿਆ ਹੈ, ਇਹਦਾ ਉਚਾਰਨ ਈਰਾਨ ਦੀ ਬੋਲੀ ਜੋ ਈਰਾਨ ਦੀ ਸ਼ੁੱਧ ਫਾਰਸੀ ਹੈ ਉਹਦੇ ਨਾਲ ਜਾ ਕੇ ਜੁੜ ਜਾਂਦਾ ਹੈ। ਤਾਂ ਸਾਡੀ ਬੁੱਧੀ ਸ਼ੰਕਾਗ੍ਰਸੀ ਹੋਈ, ਅਸਾਂ ਨੇ ਸ਼ੰਕੇ ਉਠਾਏ ਵੀ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਗਾਇਨ ਕਰ ਦਿੱਤਾ ਹੈ। ਹੁਣ ਇਹ ਸਤਿੰਦਰ ਜੀ ਨੇ ਜੋ ਡਾਕਟਰ ਸਤਿੰਦਰ ਨੇ ਟੀਕਾ ਕੀਤਾ ਹੈ, ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਗਾਇਨ ਕੀਤਾ ਹੈ, ਨਾਲ ਨਾਲ ਸਕਰੀਨ ਦੇ ਉੱਪਰ ਉਹਨਾਂ ਨੇ ਚਲਾਇਆ ਹੈ ਜ਼ਫਰਨਾਮਾ, ਅਤੇ ਇਹਨੂੰ ਲੈ ਕੇ ਵਿਵਾਦ ਖੜੇ ਹੋਏ ਨੇ। ਹੁਣ ਇਹ ਵਿਵਾਦ ਦੇ ਬਾਰੇ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਹੈ ਕਿ ਜੋ ਇਹ ਫਾਰਸੀ ਹੈ, ਹਿੰਦੁਸਤਾਨ ਦੀ ਫਾਰਸੀ ਕੁਝ ਹੋਰ ਹੈ
ਈਰਾਨ ਦੀ ਫਾਰਸੀ ਕੁਝ ਹੋਰ ਹੈ। ਜਿਵੇਂ 2-4 ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਆਪਾਂ ਕਹਿੰਦੇ ਹਾਂ ਜ਼ਫਰਨਾਮਾ, ਜ਼ਫਰਨਾਮਾ, ਉਹ ਕਹਿੰਦੇ ਆ ਜ਼ੈਫਰਨਾਮਾ, ਉਹ ਜ਼ੈ ਇਸ ਤਰੀਕੇ ਨਾਲ ਬੁਲਾਉਂਦੇ ਨੇ। ਆਪਾਂ ਫਰਸ਼, ਉਹ ਫੈਰਿਸ਼ ਇੱਦਾਂ ਕਰਕੇ ਬੋਲਦੇ ਨੇ। ਆਪਾਂ ਕਹਿੰਦੇ ਆ ਬਕਾਰਸਤ, ਉਹ ਕਹਿੰਦੇ ਬਕਾਰਿਆਸਟ, ਇਸ ਤਰੀਕੇ ਨਾਲ ਉਹਨਾਂ ਦੀ ਬੋਲੀ ਹੈ। ਹੁਣ ਈਰਾਨ ਦੀ ਆਪਣੀ ਮਾਤ ਬੋਲੀ ਹੈ, ਜੋ ਉਹਨਾਂ ਦਾ ਉਚਾਰਨ ਹੈ ਉਹ ਅਵਲ ਦਰਜੇ ਦਾ ਹੈ, ਆਪਣਾ ਉਚਾਰਨ ਦੂਜੇ ਦਰਜੇ ਦਾ ਹੈ। ਜਿਵੇਂ ਪੜ੍ਹੇ ਲਿਖੇ ਆਪ ਜਾਣਦੇ ਹੋ, ਤਤ ਸਮ ਅਤੇ ਤਦਭਵ 2 ਤਰੀਕੇ ਦੇ ਸ਼ਬਦ ਹੁੰਦੇ ਨੇ। ਕਿਸੇ ਬੋਲੀ ਤੋਂ ਦੂਜੀ ਬੋਲੀ ਵਿੱਚ ਆ ਕੇ ਉਹਦਾ ਫਰਕ ਪੈ ਜਾਂਦਾ ਹੈ। ਇੱਕ ਮੁੱਦਾ ਜ਼ਫਰਨਾਮੇ ਦੇ ਸਪੈਲਿੰਗਸ ਨੂੰ ਲੈ ਕੇ ਵੀ ਚੁੱਕਿਆ ਗਿਆ ਕਿ ਜ਼ਫਰਨਾਮੇ ਪਿੱਛੇ ਹਾਹਾ ਕਿਉਂ ਵਰਤਿਆ ਗਿਆ ਤੇ ਜੱਜੇ ਵਿੱਚ ਡੰਡੀ ਦੀ ਵਰਤੋਂ ਕਿਉਂ ਕੀਤੀ ਗਈ। ਤੇ ਜਿਹੜੀ ਇੱਕ ਵੀਰ ਦੇ ਵੱਲੋਂ ਵੀਡੀਓ ਆਈ ਹੈ ਕਿ ਸਤਿੰਦਰ ਸਰਤਾਜ ਦੇ ਵੱਲੋਂ ਗਾਏ ਗਏ ਜਿਹੜਾ ਜ਼ਫਰਨਾਮਾ ਹੈ, ਜਿਸ ਨੂੰ ਅਸੀਂ ਐਪੀਸਟਾਈਲ ਆਫ ਵਿਕਟਰੀ ਕਹਿੰਦੇ ਹਾਂ ਸਾਰੇ ਸਰੋਤਾਂ ਦੇ ਵਿੱਚ, ਕਿ ਗੁਰੂ ਸਾਹਿਬ ਦੇ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਹੋਇਆ ਇੱਕ ਇਤਿਹਾਸਕ ਜਿੱਤ ਦਾ ਪੱਤਰ, ਕਿ ਉਹਦੇ ਵਿੱਚ ਜਿਹੜੀਆਂ 350 ਦੇ ਕਰੀਬ ਅਸ਼ੁੱਧੀਆਂ ਨੇ। ਸੋ ਉਸ ਤੋਂ ਬਾਅਦ ਇਹ ਹੋਰ ਵੀ ਜ਼ਰੂਰੀ ਹੋ ਗਿਆ ਸੀ ਕਿ ਜਿਹੜੇ ਵੀਰ ਨੇ ਇਹਨਾਂ ਅਸ਼ੁੱਧੀਆਂ ਦੀ ਜਾਂ ਲਿਖਤ ਦੇ ਵਿੱਚ ਤਰੁੱਟੀਆਂ ਦੀ ਗੱਲ ਕੀਤੀ ਹੈ, ਉਹਨਾਂ ਨੇ ਕੇਸ ਖਰੜੇ ਨੂੰ ਆਧਾਰ ਲਿਆ ਹੈ ਤੇ ਸਤਿੰਦਰ ਸਰਤਾਜ ਹੁਣਾਂ ਨੇ ਆਪਣੀ ਗਾਇਕੀ ਔਰ ਲਿਖਣ ਸ਼ੈਲੀ ਦੇ ਵਿੱਚ ਕੇਸ ਖਰੜੇ ਨੂੰ ਆਧਾਰ ਲਿਆ ਹੈ। ਸੋ ਇਹ ਬਹੁਤ ਜ਼ਰੂਰੀ ਸੀ ਕਿ ਸੰਗਤ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਭੰਬਲ ਭੂਸਾ ਪੈਦਾ ਹੋ ਗਿਆ ਸੀ ਤੇ ਉਸ ਦੇ ਉੱਪਰ ਇਹ ਵਿਚਾਰ ਕਰਨੀ ਜਿਹੜੀ ਹੈ ਉਹ ਬਹੁਤ ਹੀ ਜ਼ਰੂਰਤ ਬਣ ਗਈ ਸੀ ਇਸ ਦੀ, ਕਿ ਸੰਗਤ ਤੱਕ ਅਸਲੀਅਤ ਕੀ ਹੈ ਉਸ ਨੂੰ ਪਹੁੰਚਾਇਆ ਜਾ ਸਕੇ। ਸੋ ਮੈਂ ਉਸ ਵੀਰ ਦਾ ਇੱਕ ਪੱਖ ਤੋਂ ਤਾਂ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਜ਼ਫਰਨਾਮੇ ਦੇ ਉੱਪਰ ਇੱਕ ਚਰਚਾ ਨੂੰ ਜਨਮ ਦਿੱਤਾ ਹੈ, ਪਰ ਜਿੱਥੇ ਮੈਂ ਸੋਚਦਾ ਹਾਂ ਕਿ ਚਰਚਾ ਨੂੰ ਇੱਕ ਬਹੁਤ ਹੀ ਉਸਾਰੂ ਰੂਪ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਪਰ ਇੱਕ ਕੰਸਟਰਕਟਿਵ ਡਿਬੇਟ ਜਿਹੜੀ ਹੈ ਉਹ ਸਿਰਜੀ ਜਾਣੀ ਚਾਹੀਦੀ ਸੀ, ਪਰ ਮੈਨੂੰ ਅਫਸੋਸ ਹੈ ਕਿ ਉਸ ਵੀਰ ਨੇ ਉਸ ਗੋਸ਼ਟੀ ਦਾ ਜਿਹੜਾ ਮਿਆਰ ਹੈ ਉਹ ਬਹੁਤ ਹੀ, ਮਤਲਬ ਕਿ ਮੈਂ ਕਹੂੰਗਾ ਕਿ ਸਕਾਲਰ ਵਾਲੀ ਗੱਲ ਨਹੀਂ, ਇੱਕ ਆਮ ਸਿੱਖ ਤੋਂ ਵੀ ਨੀਵਾਂ ਰੱਖਿਆ, ਜਿਸ ਦਾ ਮੈਨੂੰ ਬਹੁਤ ਅਫਸੋਸ ਹੈ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਜ਼ਫਰਨਾਮਾ ਸ਼ਬਦ ਦੀ ਵਿਚਾਰ ਕਰਦੇ ਹਾਂ, ਕਿਉਂਕਿ ਲਿਖਤੀ ਜਿਹੜੀ ਸ਼ਿਕਾਇਤ ਹੈ ਉਸ ਦੇ ਵਿੱਚ ਵੀ ਤੇ ਕੁਛ ਜਿਹੜੇ ਵੀਰਾਂ ਦੇ ਵੱਲੋਂ ਹੋਰ ਵੀ ਜਿਹੜੇ ਸੰਦੇਸ਼ ਵੀ ਆਏ ਜਾਂ ਫਿਰ ਉਸ ਵੀਡੀਓ ਦੇ ਵਿੱਚ ਵੀ, ਉਸ ਦੇ ਵਿੱਚ ਜਿਹੜਾ ਪਹਿਲਾ ਮੁੱਦਾ ਉਠਾਇਆ ਗਿਆ ਹੈ ਉਹ ਹੈ ਕਿ ਸਤਿੰਦਰ ਸਰਤਾਜ ਨੇ ਜਿਹੜਾ ਜ਼ਫਰਨਾਮਾ ਗਾਇਨ ਕੀਤਾ ਹੈ ਉਹਦੇ ਨਾਲ ਜਿਹੜਾ ਲਿਖਤ ਦਾ ਸਰੂਪ ਵਰਤਿਆ ਹੈ ਉਹਦੇ ਵਿੱਚ ਜ਼ਫਰਨਾਮਾ ਤੇ ਜਿਹੜਾ ਉਹ ਹਾਹਾ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਗਈ ਹੈ। ਹੁਣ ਅਹਿਮ ਪੱਖ ਆ ਜਾਂਦਾ ਹੈ ਕਿ ਜਿਹੜੇ ਸਾਡੇ ਫਾਰਸੀ ਦੇ ਸਰੋਤ ਹੈ ਜਿਨ੍ਹਾਂ ਦੀ ਤਸਵੀਰ ਤੁਸੀਂ ਵੇਖ ਰਹੇ ਹੋ, ਉਹਨਾਂ ਦੇ ਵਿੱਚ ਨੂਨ ਔਰ ਮੀਮ ਦੇ ਨਾਲ ਨਾਮਾ ਸ਼ਬਦ ਲਿਖਿਆ ਗਿਆ ਹੈ, ਪਰ ਜਦੋਂ ਫਾਰਸੀ ਨੂੰ ਜਾਣਨ ਵਾਲਾ ਕੋਈ ਵੀ ਵਿਦਵਾਨ ਇਸ ਦਾ ਉਚਾਰਨ ਕਰੇਗਾ ਤਾਂ ਉਹ ਕਰੇਗਾ ਜ਼ਫਰਨਾਮਾ, ਉਹ ਹਾਹੇ ਦੀ ਅੱਧੀ ਆਵਾਜ਼ ਦੇਵੇਗਾ। ਪਰ ਜਦੋਂ ਅਸੀਂ ਪੰਜਾਬੀ ਦੇ ਖਰੜਿਆਂ ਨੂੰ ਵੇਖਦੇ ਹਾਂ ਉਹਦੇ ਵਿੱਚ ਪੂਰਾ ਹਾਹਾ ਲੱਗਾ ਹੋਇਆ ਹੈ, ਪਰ ਜੇਕਰ ਅੱਧਾ ਹਾਹਾ ਪੈਰ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਫਿਰ ਜ਼ਫਰਨਾਮ ਆਵਾਜ਼ ਬਣ ਜਾਂਦੀ ਹੈ। ਪਰ ਜਿਹੜਾ ਅੱਧਾ ਹਾਹਾ ਹੈ ਉਸ ਨੂੰ ਉਚਾਰਨ ਕਰਨ ਦੇ ਵਾਸਤੇ ਸਤਿੰਦਰ ਸਰਤਾਜ ਨੇ ਜਿਹੜਾ ਤਰੀਕਾ ਵਰਤਿਆ ਹੈ, ਮੈਂ ਸੋਚਦਾ ਕਿ ਅਜੇ ਤੱਕ ਦੇ ਜਿੰਨੇ ਵੀ ਸਾਡੇ ਕੋਲ ਖਰੜੇ ਸੀ ਉਹਨਾਂ ਦੀ ਉਚਾਰਨ ਵਿਧੀ ਨੂੰ ਡਾਕਟਰ ਸਤਿੰਦਰ ਸਰਤਾਜ ਨੇ ਨਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ ਹੈ ਕਿ ਜ਼ਫਰਨਾਮਾ ਲਿਖਦਿਆਂ ਹਾਹੇ ਨੂੰ ਅੱਧਾ ਕਰਨ ਦੇ ਵਾਸਤੇ ਹਾਹੇ ਦੇ ਹੇਠਾਂ ਤਸ਼ਦੀਦ ਦੀ ਵਰਤੋਂ ਕਰਕੇ ਔਰ ਉਸ ਦੀ ਤਸਗੀਰ ਭਾਵ ਕਿ ਉਸ ਨੂੰ ਅੱਧਾ ਕੱਟ ਦਿੱਤਾ ਗਿਆ ਹੈ। ਤੇ ਕੋਈ ਵੀ ਜਿਹੜਾ ਅੱਜ ਦਾ ਵਿਦਿਆਰਥੀ ਜਾਂ ਸਿੱਖਿਆਰਥੀ ਜਿਹੜਾ ਜ਼ਫਰਨਾਮੇ ਨੂੰ ਪੰਜਾਬੀ ਦੇ ਵਿੱਚ ਪੜ੍ਹ ਕੇ ਉਸ ਦਾ ਮੂਲ ਉਚਾਰਨ ਫਾਰਸੀ ਦੇ ਵਿੱਚ ਕਰਨਾ ਚਾਹੁੰਦਾ ਹੈ ਤੇ ਉਹਦੇ ਵਿੱਚ ਨਾਮਾ ਸ਼ਬਦ ਦੇ ਵਿੱਚ ਅੱਧਾ ਹਾਹਾ ਸ਼ਬਦ ਦੀ ਵਰਤੋਂ ਕਿਵੇਂ ਕਰਨੀ ਹੈ, ਇਹ ਡਾਕਟਰ ਸਤਿੰਦਰ ਸਰਤਾਜ ਨੇ ਸਾਡੇ ਸਾਹਮਣੇ ਨਵਾਂ ਪੱਖ ਰੱਖਿਆ ਹੈ। ਸੋ ਡਾਕਟਰ ਸਤਿੰਦਰ ਸਰਤਾਜ ਨੇ ਜਿਹੜਾ ਇਹ ਪੱਖ ਰੱਖਿਆ ਹੈ, ਮੈਂ ਸੋਚਦਾ ਹਾਂ ਕਿ ਇਹ ਉਚਾਰਨ ਸਿੱਧਾਂ ਦੇ ਵਿੱਚ ਬਹੁਤ ਹੀ ਜ਼ਰੂਰੀ ਸੀ ਔਰ ਇਹਦੇ ਵਿੱਚ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਜ਼ਫਰਨਾਮੇ ਦੇ ਕਿਸੇ ਵੀ ਮੂਲ ਖਰੜੇ ਦੇ ਪ੍ਰਤੀ ਕੋਈ ਵੀ ਉਕਾਈ ਨਹੀਂ ਵਰਤੀ। ਇੱਕ ਮੁੱਦਾ ਕਿ ਸਰਤਾਜ ਨੇ ਮੁਹੰਮਦ ਦੇ ਸਪੈਲਿੰਗ ਹੀ ਗਲਤ ਲਿਖ ਦਿੱਤੇ। ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਪੰਜਾਬੀ ਦੀ ਡਿਕਸ਼ਨਰੀ ਸਾਹਮਣੇ ਰੱਖ ਕੇ ਫਾਰਸੀ ਦੇ ਸਪੈਲਿੰਗ ਕਿੱਥੋਂ ਲੱਭੋਗੇ।
ਕਿ ਜਿਹੜਾ ਸਤਿੰਦਰ ਸਰਤਾਜ ਨੇ ਮੁਹੰਮਦ ਹਾਹੇ ਦੇ ਉੱਪਰ ਟਿੱਪੀ ਦੇ ਨਾਲ ਨਹੀਂ ਬਲਕਿ ਅਦਕ ਦੇ ਨਾਲ ਵਰਤਿਆ ਹੈ, ਦਰਅਸਲ ਉਹੀ ਬਿਲਕੁਲ ਸ਼ੁੱਧ ਉਚਾਰਨ ਹੈ ਉਹਦਾ। ਦੂਜਾ ਜਿਹੜਾ ਮੁਹੰਮਦ ਸ਼ਬਦ ਹੈ, ਇਹ ਪੋਥੀ ਵਿੱਚ ਵੀ ਮੈਂ ਦੇਖਿਆ ਤੇ ਹੋਰਨਾਂ ਪੋਥੀਆਂ 'ਚ ਵੀ। ਖਾਲਸਾ ਸਮਾਚਾਰ ਵੱਲੋਂ ਇੱਕ ਭਾਗ ਛਪੇ ਸਨ 10ਵੇਂ ਦੇ ਲੜੀਵਾਰ ਪਹਿਲੀ ਵਾਰ, ਉਹਦੇ ਵਿੱਚ ਵੀ ਮੁਹੰਮਦ ਹਾਹੇ ਦੇ ਉੱਪਰ ਟਿੱਪੀ ਨਹੀਂ ਸੀ। ਤੇ ਟਕਸਾਲ ਦੇ ਵਿੱਚ ਵੀ ਲੜੀਵਾਰ ਭਾਗ ਛਪੇ ਸਨ ਦਮਦਮੀ ਟਕਸਾਲ ਮਹਿਤਾ ਵੱਲੋਂ, ਉਹਦੇ ਵਿੱਚ ਵੀ ਹਾਹੇ ਦੇ ਉੱਪਰ ਅਦਕ ਸੀ, ਮੁਹੱਬਤ ਇਸ ਤਰੀਕੇ ਨਾਲ ਉਹਨੂੰ ਲਿਖਿਆ ਹੋਇਆ ਸੀ, ਮੁਹੰਮਦ ਨਹੀਂ ਸੀ ਲਿਖਿਆ ਹੋਇਆ, ਮੁਹੰਮਦ ਇਸ ਤਰੀਕੇ ਨਾਲ ਅਦਕ ਨਾਲ ਲਿਖਿਆ ਹੋਇਆ ਸੀ। ਸੋ ਇਹਦੇ ਉੱਪਰ ਵੀ ਸਾਨੂੰ ਕੋਈ ਐਡਾ ਸਵਾਲੀਆ ਨਿਸ਼ਾਨ ਨਹੀਂ ਉਠਾਉਣਾ ਚਾਹੀਦਾ। ਹਮਦ ਮੈਨੇ ਤਾਰੀਫ ਤੇ ਮੁਹੰਮਦ ਮੈਨੇ ਜਿਹਦੀ ਬਹੁਤੇ ਜ਼ਿਆਦਾ ਤਾਰੀਫ ਕਰਨ, ਇਸ ਤਰੀਕੇ ਨਾਲ ਅਰਥ ਬਣ ਜਾਂਦਾ ਹੈ। We are going to talk about the tempo of Zafarnama. Basically, every Persian poetry, every Persian piece of poem, especially the classical ones, have got a template where you can fit tempos, and anything outside that tempo is supposed to be silent. I'm going to show you how the tempo works in this poem. So Zafarnama is written based on Bahr Mutagharib, and the tempo of this Bahr is fa'ulun 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 fa'ul. نه ایمان پرستی نه اوضاع دین نه صاحب شناسی محمد یقین فعولن 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 فعول ددب دب ددب دب ددب دب ددب। ਔਰ ਮੈਂ ਹੈਰਾਨ ਹਾਂ ਕਿ ਇਸ ਸ਼ਬਦ ਨੂੰ ਸਭ ਤੋਂ ਪਹਿਲਾਂ ਅਸ਼ੁੱਧ ਰੂਪ ਦੇ ਵਿੱਚ ਹਾਹੇ ਦੇ ਉੱਪਰ ਟਿੱਪੀ ਲਾ ਕੇ ਜ਼ਫਰਨਾਮੇ ਦੇ ਵਿੱਚ ਪਿਆਰਾ ਸਿੰਘ ਪਦਮ ਹੁਣਾਂ ਨੇ ਵਰਤਿਆ ਹੈ, ਜਿਹੜੀ ਕਿ ਉਹਨਾਂ ਦੇ ਅਨੁਵਾਦ ਦੇ ਵਿੱਚ ਸਭ ਤੋਂ ਵੱਡੀ ਗਲਤੀ ਸੀ। ਮੈਂ ਫਿਰ ਇਸੇ ਸ਼ੇਰ ਦੇ ਵਿੱਚ ਇੱਕ ਨੁਕਤਾ ਹੋਰ ਉਠਾਇਆ ਗਿਆ ਹੈ, ਜਿਸ ਨੁਕਤੇ ਦੇ ਉੱਪਰ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਅਸੀਂ ਫਾਰਸੀ ਦੀ ਜਿਹੜੀ ਉਚਾਰਨ ਤੇ ਗਾਇਨ ਸ਼ੈਲੀ ਦੇ ਵਿੱਚ ਜਿਹੜਾ ਸ਼ਬਦਾਂ ਦਾ ਤਵਾਜ਼ਨ ਹੁੰਦਾ ਹੈ, ਜਿਸ ਤਰ੍ਹਾਂ ਜਿਹੜਾ ਜ਼ਫਰਨਾਮਾ ਹੈ ਬੇਸਿਕਲੀ ਇਹਦੀ ਜਿਹੜੀ ਬਹਿਰ ਹੈ ਉਹ ਮਸਨਵੀ ਵਾਲੀ ਹੈ, ਤੇ ਮਸਨਵੀ ਬਹਿਰ ਦੇ ਵਿੱਚ ਜਦੋਂ ਅਸੀਂ ਜ਼ਫਰਨਾਮੇ ਦਾ ਉਚਾਰਨ ਕਰਦੇ ਹਾਂ ਉਹ ਹੈ ਫੌਲਨ 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 ਫੌਲ। ਜਿਹੜਾ ਜ਼ਫਰਨਾਮੇ ਦਾ ਇਹ ਸ਼ੇਰ ਹੈ ਕਿ ਨਾ ਈਮਾ ਪਰਸਤੀ ਨਾ ਔਜ਼ਾਏ ਦੀਨ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਜ਼ਕੀ, ਕਿ ਇਸ ਸ਼ੇਰ ਦੇ ਵਿੱਚ ਸਤਿੰਦਰ ਸਰਤਾਜ ਨੇ ਨਾ ਮੁਹੰਮਦ ਜ਼ਕੀ ਜਿਹੜਾ ਹੈ ਉਹਦੇ ਤੋਂ ਪਹਿਲਾਂ ਨਾ ਸ਼ਬਦ ਦੀ ਵਰਤੋਂ ਨਹੀਂ ਕੀਤੀ। ਸਾਡੇ ਕੋਲ ਜਿਹੜੇ ਫਾਰਸੀ ਦੇ 3 ਖਰੜੇ ਨੇ ਉਹਨਾਂ ਦੇ ਵਿੱਚੋਂ 2 ਦੇ ਵਿੱਚ ਨਾ ਮੁਹੰਮਦ ਜ਼ਕੀ ਸ਼ਬਦ ਹੀ ਹੈ, ਇੱਕ ਦੇ ਵਿੱਚ ਨਾ ਸ਼ਬਦ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਨਰਿੰਜਨ ਸਿੰਘ ਨੂਰ ਹੁਣਾਂ ਨੇ ਜਿਹੜਾ ਜ਼ਫਰਨਾਮੇ ਦਾ ਪੰਜਾਬੀ ਅਨੁਵਾਦ ਕੀਤਾ ਹੈ, ਔਰ ਉਸ ਅਨੁਵਾਦ ਕਰਨ ਦੇ ਵਾਸਤੇ ਜਿਹੜਾ ਉਹਨਾਂ ਨੇ ਫਾਰਸੀ ਦਾ ਖਰੜਾ ਵਰਤਿਆ ਉਹਦੇ ਵਿੱਚ ਵੀ ਨੂਨ ਸ਼ਬਦ ਦੀ ਵਰਤੋਂ ਨਹੀਂ ਹੈ, ਨਾ ਸਾਹਿਬ ਸ਼ਨਾਸੀ ਮੁਹੰਮਦ ਜ਼ਕੀ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਰੜਾ ਇੰਟਰਨੈਟ ਦੇ ਉੱਪਰ ਅਵੇਲੇਬਲ ਹੈ, ਤੁਸੀਂ ਵੇਖ ਸਕਦੇ ਹੋ, ਜਿਸ ਦੇ ਬਾਰੇ ਕਿਹਾ ਜਾਂਦਾ ਕਿ ਭਾਸ਼ਾ ਭਾਗ ਦੇ ਖਰੜੇ ਦਾ ਹੀ ਇਹ ਜਿਹੜਾ ਰੂਪਾਂਤਰਣ ਹੈ, ਤੇ ਉਹਦੇ ਵਿੱਚ ਵੀ ਜਿਹੜਾ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਜ਼ਕੀ ਹੈ, ਉਹਦੇ ਵਿੱਚ ਵੀ ਨੂਨ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। 2 ਮੁੱਦਿਆਂ ਨੂੰ ਜਾਣਬੁੱਝ ਕੇ ਧਾਰਮਿਕ ਰੰਗਤ ਦਿੱਤੀ ਗਈ ਹੈ, ਉਹ ਹਨ ਪੀਰ ਮੋਰੋ ਤੇ ਜਾਣ ਸ਼ਬਦ। ਇਸ ਤੋਂ ਅੱਗੇ ਜਿਹੜਾ ਸਤਿੰਦਰ ਸਰਤਾਜ ਵੱਲੋਂ ਗਾਏ ਗਏ ਜ਼ਫਰਨਾਮੇ ਦੇ ਉੱਪਰ ਇੱਕ ਬਹੁਤ ਹੀ ਅਹਿਮ ਕਿੰਤੂ ਕੀਤਾ ਗਿਆ। ਉਸ ਵੀਰ ਨੇ ਕਿਹਾ ਹੈ ਕਿ ਸਤਿੰਦਰ ਸਰਤਾਜ ਨੇ ਪੀਰ ਮੋਰੋ ਸ਼ਬਦ ਦੀ ਵਰਤੋਂ ਕਰਕੇ ਜ਼ਫਰਨਾਮੇ ਦੇ ਵਿੱਚ ਇੱਕ ਬਹੁਤ ਵੱਡੀ ਕੁਤਾਹੀ ਕੀਤੀ ਹੈ, ਜਿਸ ਦੇ ਨਾਲ ਜਿਹੜੇ ਚੌਪਈ ਸਾਹਿਬ ਦੇ ਜਿਹੜਾ ਸ਼ਬਦ ਹੁੰਦਾ ਚੀਂਟੀ ਤੇ ਕੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਉਸ ਦੀ ਜਿਹੜੀ ਹੈ ਉਲੰਘਣਾ ਹੋਈ ਹੈ। ਮੇਰੇ ਖਿਆਲ ਦੇ ਨਾਲ ਉਸ ਵੀਰ ਨੇ ਫਾਰਸੀ ਦੇ ਔਰ ਜਿੰਨੇ ਵੀ ਪੁਰਾਣੇ ਹੱਥ ਲਿਖਤ ਖਰੜੇ ਨੇ ਉਹਨਾਂ ਦਾ ਅਧਿਐਨ ਨਹੀਂ ਕੀਤਾ। ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਸਰਤਾਜ ਦੇ ਵੱਲੋਂ ਜਿਹੜਾ ਇਹ ਗਾਇਨ ਕੀਤਾ ਗਿਆ ਹੈ ਉਹਦੇ ਵਿੱਚ ਉਸਨੇ ਪੀਰ ਮੋਰੋ ਸ਼ਬਦ ਦਾ ਉਚਾਰਨ ਹੀ ਕੀਤਾ ਹੈ, ਔਰ ਲਿਖਣ ਦੇ ਵਿੱਚ ਵੀ ਪੀਰ ਮੋਰੋ ਸ਼ਬਦ ਹੀ ਵਰਤਿਆ ਹੈ। ਹੁਣ ਇਸ ਦਾ ਅਸੀਂ ਆਧਾਰ ਵੇਖਾਂਗੇ ਕਿ ਸਤਿੰਦਰ ਸਰਤਾਜ ਨੇ ਇਹ ਸ਼ਬਦ ਕਿੱਥੋਂ ਲਿਆ ਹੈ। ਹੁਣ ਸਭ ਤੋਂ ਪਹਿਲੀ ਗੱਲ ਹੈ ਕਿ ਸਾਡੇ ਕੋਲ ਤੁਸੀਂ ਆ ਵੇਖ ਸਕਦੇ ਹੋ ਕਿ ਪੱਥਰ ਛਾਪੇ ਦਾ ਖਰੜਾ ਹੈ। ਇਸ ਖਰੜੇ ਦੇ ਵਿੱਚ ਪੀਰ ਮੋਰੋ ਸ਼ਬਦ ਦੀ ਹੀ ਵਰਤੋਂ ਕੀਤੀ ਗਈ ਹੈ।
ਇੱਕ ਪਾਠ ਆਇਆ ਸੀ, ਹਮਜ਼ ਪੀਰ ਮੋਰੋ ਹਮਜ਼ ਫੀਲ ਤਨ। ਉੱਥੇ ਪੀਰ ਦੇ ਉੱਪਰ ਸਵਾਲੀਆ ਨਿਸ਼ਾਨ ਉੱਠਿਆ ਸੀ। ਇਹ ਦੇਖੋ ਪੁਰਾਣੀ ਬੀੜ ਹੈ, ਇਹਦੇ ਵਿੱਚ ਵੀ ਇਹ ਪਾਠ ਪੀਰ ਹੀ ਹੈ। ਪੁਰਾਣੀਆਂ ਬੀੜਾਂ ਵਿੱਚ ਪੀਰ ਹੀ ਪਾਠ ਹੈ, ਜਿੰਨੀਆਂ ਵੀ ਬੀੜਾਂ ਨੇ, ਭਾਵੇਂ ਉਹ ਫਾਰਸੀ ਵਿੱਚ ਨੇ ਤੇ ਭਾਵੇਂ ਉਹ ਗੁਰਮੁਖੀ ਵਿੱਚ ਹੀ ਨੇ। ਆ ਦੇਖੋ, ਹਮਜ਼ ਪੀਰ ਮੋਰੋ ਹਮਜ਼ ਫੀਲ ਤਨ। ਇਸੇ ਤਰ੍ਹਾਂ ਹੀ ਜਿਹੜਾ ਹੱਥ ਲਿਖਤ ਇੱਕ ਹੋਰ ਸਾਡੇ ਕੋਲ ਨੁਕਸਾ ਜ਼ਫਰਨਾਮੇ ਦਾ ਹੈ, ਉਹਦੇ ਵਿੱਚ ਵੀ ਪੀਰ ਮੋਰੋ ਸ਼ਬਦ ਦੀ ਵਰਤੋਂ ਹੋਈ ਹੈ। ਸਰਤਾਜ ਨੇ ਇਹ ਸ਼ੇਰ ਇਸੇ ਰੂਪ ਦੇ ਵਿੱਚ ਬੋਲਿਆ ਹੈ ਜਿਸ ਤਰ੍ਹਾਂ ਦੇ ਨਾਲ ਕਿ ਇਹ ਫਾਰਸੀ ਸਰੋਤਾਂ ਦੇ ਵਿੱਚ ਹੈ। ਤੇ ਉਸ ਵੀਰ ਨੇ ਸਤਿੰਦਰ ਸਰਤਾਜ ਦੇ ਉੱਪਰ ਦੋਸ਼ ਆਇਦ ਕਰਨ ਦੇ ਸਮੇਂ ਇਹ ਗੱਲ ਵਰਤੀ ਹੈ ਕਿ ਸਤਿੰਦਰ ਸਰਤਾਜ ਨੇ ਪਰ ਸ਼ਬਦ ਨੂੰ ਪੀਰ ਬੋਲ ਕੇ ਜਿਹੜੀ ਚੌਪਈ ਸਾਹਿਬ ਜਿਹਦੇ ਨਾਲ ਕਿ ਇਹਦੇ ਇੱਕ ਕਹਿ ਸਕਦੇ ਹੋ ਕਿ ਸੰਬੰਧ ਬਣਦਾ ਸੀ ਕਿ ਜ਼ਫਰਨਾਮਾ ਔਰ ਚੌਪਈ ਸਾਹਿਬ ਗੁਰੂ ਸਾਹਿਬ ਦੀ ਰਚਨਾ ਹੈ, ਉਹਦੀ ਬਹੁਤ ਵੱਡੀ ਬੇਅਦਬੀ ਕੀਤੀ ਹੈ। ਉਸ ਵੀਰ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਿੰਨੀਆਂ ਵੀ ਸਾਡੇ ਕੋਲ ਦਸਮ ਦੀਆਂ ਪੁਰਾਤਨ ਬੀੜਾਂ ਨੇ, ਜਿੰਨੇ ਵੀ ਸਾਡੇ ਕੋਲ ਜ਼ਫਰਨਾਮੇ ਦੇ ਖਰੜੇ ਨੇ, ਉਹਨਾਂ ਸਾਰਿਆਂ ਦੇ ਵਿੱਚ ਪੀਰ ਮੋਰੋ ਸ਼ਬਦ ਦੀ ਵਰਤੋਂ ਹੀ ਕੀਤੀ ਗਈ ਹੈ। ਔਰ ਪਰ ਮੋਰੋ ਸ਼ਬਦ ਜਿਹੜਾ ਇਹ ਅਸ਼ੁੱਧੀ ਹੈ, ਜਿਹੜੀ ਕਿ ਸਭ ਤੋਂ ਪਹਿਲਾਂ ਪਿਆਰਾ ਸਿੰਘ ਪਦਮ ਨੇ ਵਰਤੀ ਆਪਣੇ ਖਰੜੇ ਦੇ ਵਿੱਚ। ਸੋ ਮੈਂ ਬਾਰ-ਬਾਰ ਇਹ ਬੇਨਤੀ ਕਰ ਰਿਹਾ ਕਿ ਉਸ ਵੀਰ ਨੇ ਸਿਰਫ ਪਿਆਰਾ ਸਿੰਘ ਪਦਮ ਦੇ ਉਸ ਖਰੜੇ ਨੂੰ ਆਧਾਰ ਬਣਾਇਆ ਜਿਹਦੇ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਨੇ, ਔਰ ਇੰਨੀਆਂ ਅਸ਼ੁੱਧੀਆਂ ਵਾਲੇ ਜਾਂ ਤਰੁੱਟੀਆਂ ਵਾਲੇ ਖਰੜੇ ਨੂੰ ਆਧਾਰ ਬਣਾ ਕੇ ਤੁਸੀਂ ਸ਼ੁੱਧ ਖਰੜਿਆਂ ਦਾ ਖੰਡਨ ਨਹੀਂ ਕਰ ਸਕਦੇ। ਸ਼ਬਦ ਅਸੀਂ ਉਦਾਹਰਨ ਦੇ ਤੌਰ ਤੇ ਇੱਕ ਦੋ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਹੈ, ਬਾਕੀ ਵੀ ਇਸ ਤਰ੍ਹਾਂ ਦੇ ਬਹੁਤ ਪੇਤਲੇ ਤੇ ਹੋਛੇਪਣ ਨਾਲ ਉਛਾਲੇ ਗਏ ਨੇ, ਉਹਨਾਂ ਉੱਪਰ ਟਾਈਮ ਖਰਾਬ ਕਰਨਾ ਬਣਦਾ ਨਹੀਂ। ਅਸਲ 'ਚ ਇਸ ਪੂਰੇ ਕੰਟਰੋਵਰਸੀ ਦਾ ਜਿਹੜਾ ਜੜ ਹੈ ਉਹ ਇਹੀ ਹੈ ਕਿ ਜ਼ਫਰਨਾਮੇ ਦਾ ਕੋਈ ਇੱਕ ਆਥੈਂਟਿਕ ਜਾਂ ਐਸਾ ਵਰਜਨ ਜਿਹੜਾ ਜਿੱਤੇ ਸਾਰਿਆਂ ਵਿਦਵਾਨਾਂ ਦੀ ਕੰਸੈਂਸਸ ਹੋਵੇ ਸਾਡੇ ਕੋਲ ਮੌਜੂਦ ਨਹੀਂ। ਮੁਖਤਲਿਫ ਖਰੜੇ ਮੁਖਤਲਿਫ ਜ਼ਮਾਨਿਆਂ 'ਚ ਮੁਖਤਲਿਫ ਲੋਕਾਂ ਦੇ ਕੋਲ ਰਹੇ ਨੇ ਔਰ ਸਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗਾ, ਬਜਾਏ ਦੇ ਕਿ ਤੁਸੀਂ ਆਪਣਾ ਵਕਤ ਇਨਕੁਆਇਰੀਆਂ 'ਚ ਜ਼ਾਇਆ ਕਰੋ, ਸਭ ਤੋਂ ਵੱਡਾ ਕੰਮ ਤੇ ਕਰਨ ਦਾ ਇਹ ਹੈ ਕਿ ਤੁਸੀਂ ਜਿਹੜੇ ਸਾਡੀ ਪੰਥ ਦੇ ਰਿਸੋਰਸਿਸ ਨੇ ਉਹਨੂੰ ਇਸਤੇਮਾਲ ਕਰਕੇ ਤੇ ਪ੍ਰੋਪਰ ਰਿਸਰਚ ਕਰਾਓ, ਔਰ ਜਿੰਨੇ ਖਰੜੇ ਦੁਨੀਆ 'ਚ ਜ਼ਫਰਨਾਮੇ ਦੇ ਮੌਜੂਦ ਨੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਰਿਸਰਚ ਕਮੇਟੀ ਬਣਾਓ ਜਿਹੜਾ ਫਾਈਨਲੀ ਇੱਕ ਜਿਹੜਾ ਹੈ ਉਹ ਆਥੈਂਟਿਕ ਵਰਜਨ ਜ਼ਫਰਨਾਮੇ ਦਾ ਪੰਥ ਦੇ ਸਾਹਮਣੇ ਲੈ ਕੇ ਆਏ। ਇੱਕ ਗੱਲ ਸੋਚਣ ਵਾਲੀ ਹੈ ਕਿ ਡਾਕਟਰ ਸਰਤਾਜ ਵੱਲੋਂ ਗਾਏ ਜ਼ਫਰਨਾਮੇ ਦਾ ਹੀ ਮੁੱਦਾ ਕਿਉਂ ਭਖਿਆ। ਜ਼ਫਰਨਾਮੇ ਦੇ 33-34 ਖਰੜੇ ਪੰਥ ਵਿੱਚ ਅਲੱਗ-ਅਲੱਗ ਜਗ੍ਹਾ ਚੱਲਦੇ ਨੇ ਤੇ ਕੁਝ ਤਾਂ ਆਨਲਾਈਨ ਵਿਕਦੇ ਵੀ ਨੇ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਸਾਰੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਇਸ ਲਈ ਸਾਰਿਆਂ ਨੂੰ ਸ਼ੁੱਧ ਤਾਂ ਕਿਹਾ ਨਹੀਂ ਜਾ ਸਕਦਾ। ਫਿਰ ਜੇ ਪਹਿਲਾਂ ਕਿਸੇ ਖਰੜੇ ਦੀ ਸ਼ਿਕਾਇਤ ਨਹੀਂ ਤਾਂ ਸਰਤਾਜ ਦੀ ਕਿਉਂ? ਕਿ ਇਹ ਫੋਕੀ ਸ਼ੋਹਰਤ ਦਾ ਮਸਲਾ ਤਾਂ ਨਹੀਂ? ਜਿਹੜੇ ਟੀਵੀ ਦੀ ਕਿਸੇ YouTube ਪੋਸਟ ਤੇ 200 ਤੋਂ 800 ਵਿਊ ਹੁੰਦਾ ਹੈ, ਪਰ ਸਰਤਾਜ ਦੇ ਇਸ ਵਿਵਾਦ ਦੀ ਪੋਸਟ ਤੇ 24,000 ਵਿਊ ਹੋ ਜਾਂਦਾ ਹੈ, ਤਾਂ ਟੀਵੀ ਵਾਲਿਆਂ ਦੀ ਮਜਬੂਰੀ ਤਾਂ ਸਮਝ ਆਉਂਦੀ ਹੈ। ਮੁੱਖ ਦੀ ਗੱਲ ਇਹ ਹੈ ਕਿ ਸਰਤਾਜ ਨੇ ਤਾਂ ਗਾ ਦਿੱਤਾ, ਪਰ ਕੀ ਕਦੇ ਕਿਸੇ ਰਾਗੀ, ਢਾਡੀ, ਕਥਾਵਾਚਕ, ਕੀਰਤਨੀਏ ਨੇ ਪੜ੍ਹ ਕੇ ਵੀ ਸੁਣਾਇਆ? ਸ਼ਿਕਾਇਤ ਕਰਨ ਵਾਲਿਆਂ ਨੂੰ ਆਪਣੀ ਸਹੀ ਉਚਾਰਨ ਦੀ ਵੀਡੀਓ ਬਣਾਉਣੀ ਚਾਹੀਦੀ ਹੈ ਤਾਂ ਜੋ ਸੰਗਤ ਨੂੰ ਸ਼ੁੱਧ ਉਚਾਰਨ ਦਾ ਪਤਾ ਲੱਗ ਸਕੇ। ਭੱਜੇ ਜਾਂਦੇ ਘੋੜੇ ਦੇ ਛਮਕਾ ਮਾਰਨੀਆਂ ਛੱਡੋ। ਸਰਤਾਜ ਨੇ ਤਾਂ ਗਾ ਕੇ ਇੱਕ ਵਾਰ ਫਿਰ ਇਤਿਹਾਸਿਕ ਕੰਮ ਕਰ ਦਿੱਤਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਵੱਲੋਂ ਸਮੇਂ ਸਿਰ ਕਾਰਵਾਈ ਨੂੰ ਸਮੇਟਣਾ ਵੀ ਇੱਕ ਸ਼ਲਾਘਾਯੋਗ ਕੰਮ ਹੈ। ਅਖੀਰ ਵਿੱਚ ਅਸੀਂ ਆਪਣੀ ਰਿਪੋਰਟ ਨੂੰ ਸਮੇਟਦੇ ਹੋਏ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਉਹ ਵੀ ਪੋਸਟ ਨੂੰ ਫਾਰਵਰਡ ਜਾਂ ਸ਼ੇਅਰ ਜਾਂ ਲਾਈਕ ਕਰਨ ਵੇਲੇ ਥੋੜਾ ਆਪ ਵੀ ਧਿਆਨ ਨਾਲ ਦੇਖ ਲਿਆ ਕਰਨ। ਫੋਕੀ ਸ਼ੋਹਰਤ ਖੱਟਣ ਵਾਲਿਆਂ ਦੀਆਂ ਪੋਸਟਾਂ ਤੇ ਨਜਾਇਜ਼ ਪਈਏ ਨਾ ਲਾਇਆ ਕਰਨ। KTV ਤੇ ਅਦਾਰਾ ਅੰਮ੍ਰਿਤਸਰ ਟਾਈਮਜ਼ ਦੇ ਵੱਲੋਂ ਡਾਕਟਰ ਸਤਿੰਦਰ ਸਰਤਾਜ ਦੇ ਕੰਮ ਦੀ ਸਰਾਹਨਾ ਤੇ ਉਹਨਾਂ ਵੱਲੋਂ ਪੇਸ਼ ਕੀਤੀ 10ਵੇਂ ਪਾਤਸ਼ਾਹ ਦੀ ਵਡਮੁੱਲੀ ਦਾਤ ਦੀਆਂ ਉਹਨਾਂ ਨੂੰ ਵਧਾਈਆਂ। ਉਹਨਾਂ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ। ਅੱਜ ਦੇ ਲਈ ਇੰਨਾ ਹੀ। ਹੋਰ ਜਾਣਕਾਰੀ ਦੇ ਲਈ ਦੇਖਦੇ ਸੁਣਦੇ ਰਹੋ KTV ਤੇ ਅੰਮ੍ਰਿਤਸਰ ਟਾਈਮਜ਼। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।